किसानों की सेंटर सरकार के मंत्रियों नाल अज 8वें गेड़ की मीटिंग हुई। मीटिंग विच खेतीबाड़ी मंत्री नरेंद्र तोमर ने साफ कह दिता कि कानून रद्द नहीं होणगे। साडे नाल भारतीय किसान यूनियन क्रांतिकारी के सूबा प्रधान ने सुरजीत सिंह फूल, उन्हां नाल करदे हां गल अंदर की गल्लां होईयां ते किदां दी चर्चा हुई। हाँ जी फूल साहब, स्वागत है जी। हाँ जी, किस तरह का रहा जी अंदर अज मीटिंग का, की सिट्टा निकलिया, किदां दी रही? कोई सिट्टा नहीं निकलिया, बेसिट्टा रही है। घंटा डेढ़ घंटा बैठे होवांगे, बड़ा नहीं। पहली गल तो मीटिंग 2 की बजाय 2:45 बजे शुरू हुई है। फिर विचों थल्ले उतर के सारे ऐ समझ ला 1.5 घंटा जे गलबात करनी हो तो 1.5 घंटे की गलबात, तो उन्होंने साफ इनकार करता भी असीं बहु गिणती लोग देश चाहुंदा है, इस करके असीं बहु गिणती दे उल्ट नहीं जा सकते, असीं रिपील नहीं कर सकते। रिपील कर तो साडा जवाब है, तो तुसीं इहदे विच जे कोई खामियां हैगीआं उही जिहड़ी पुरानी उन्हां दी रट हैगी है वो दूर करा लो, ਜਾਂ ਸੁਪਰੀਮ ਕੋਰਟ 'ਚ ਵੀ ਇਹ ਸੰਵਿਧਾਨਕ ਹੈਗਾ ਕਾਨੂੰਨ ਜਾਂ ਗੈਰ ਸੰਵਿਧਾਨਕ ਹੈ, ਇਹ ਸੁਪਰੀਮ ਕੋਰਟ ਤੋਂ ਨਿਰਣਾ ਕਰ ਲਓ। ਅਸੀਂ ਇਹਨੂੰ ਜਵਾਬ ਦਿੱਤਾ ਵੀ ਸੁਪਰੀਮ ਕੋਰਟ 'ਚ ਅਸੀਂ ਗਏ ਨਹੀਂ, ਨਾ ਅਸੀਂ ਰਿਟ ਪਾਈ ਹੈ, ਅਸੀਂ ਸਰਕਾਰ ਕੋਲੇ ਆਏ ਆ। ਸਰਕਾਰ ਤੋਂ ਬਣਵਾਉਣਾ, ਸੁਪਰੀਮ ਕੋਰਟ ਜੇ ਸਾਡੇ ਇੱਕ ਤਰਫਾ ਵੀ ਕਰ ਦੂਗੀ, ਸਾਡੇ ਉਲਟ ਵੀ ਕਰ ਦੂਗੀ, ਤਾਂ ਵੀ ਅਸੀਂ ਸੁਪਰੀਮ ਕੋਰਟ ਦਾ ਮੰਨ ਕੇ ਆਪਦਾ ਅੰਦੋਲਨ ਵਾਪਸ ਨਹੀਂ ਲਵਾਂਗੇ ਜਿੰਨਾ ਚਿਰ ਤੱਕ ਕਾਨੂੰਨ ਰਿਪੀਲ ਨਹੀਂ ਹੁੰਦੇ। ਇਹ ਅਸੀਂ ਕਹੇ ਉੱਥੇ ਸਾਫ਼। सरकार का क्यों इन्ना अड़ियल रवैया है? 70 के करीब किसान शहीद भी हो गए ने, हर एक वर्ग मंग कर रहा है भी कानून रद्द कर दिते जान। की लग रहा थोनू इन्ना अड़ियल रवैया क्यों? देखो जी, ये सरकार लोगों की सरकार है ही नहीं। जिहड़ा कहंदे ना लोकतंत्री सरकार है, सरकार जिहड़ी लोकतंत्री सरकार हुंदी है लोगों की खातर हुंदी है, खातर हुंदी है। ये ना लोगों की है ते ना लोगों की खातर है। ये जिन्हां दी खातर हैगी है उन्हां दे हितां ते सੱਟ ਵੱਜਦੀ है। बाकी इन्हां दा जिहड़ा रवैया हैगा, जिहड़ा इहनूं जुंडली राज है, असल विच ਇਹ जुंडली राज ਇਹ ਹੁੰਦਾ ਵੀ ਉਹਦੇ ਵਿੱਚ ਜਿਹੜੀ ਕੋਈ ਪਾਰਲੀਮੈਂਟ ਹੈ ਜਾਂ ਕੋਈ ਮੰਤਰੀ ਮੰਡਲ ਹੈ ਉਹਨਾਂ ਦੀ ਵੀ ਕੋਈ ਨਹੀਂ ਸੁਣੀ ਜਾਂਦੀ। ਉਹ 2 ਜਾਂ 4 ਦੀ जुंडली ਹੁੰਦੀ ਹੈ, ਉਹ जुंडली ਰਾਜ ਫਾਸਿਸਟ ਰਾਜ ਹੈ। ਇਸ ਕਰਕੇ ਇਹਨਾਂ ਨੂੰ ਸਾਰੇ ਫਾਸਿਸਟਾਂ ਨੂੰ ਹੁਣ ਤੱਕ ਜਿਹੜਾ ਇਤਿਹਾਸ ਦੇ ਵਿੱਚ ਹੋਏ ਹੈ, ਸਾਰਿਆਂ ਨੂੰ ਹੰਕਾਰ ਹੁੰਦਾ ਵੀ ਲੋਕ ਤਾਂ ਰੌਲਾ ਪਾਉਂਦੇ ਹੀ ਰਹਿੰਦੇ ਹੁੰਦੇ ਆ। ਬਸ ਜਦੋਂ ਲੋਕਾਂ ਨੂੰ ਕੁੱਟਿਆ ਤੇ ਉਹਦੀ ਸਿੱਧੇ ਹੋ ਜਾਂਦੇ ਹੁੰਦੇ ਆ, ਤੇ ਉਹ ਸਮਝ ਲਓ ਵੀ ਇਹ ਜਿਹੜੇ ਫਾਸਿਸਟ ਹਾਕਮ ਹੁੰਦੇ ਆ ਸੋਚ ਵਾਲੇ, ਉਹਨਾਂ ਨੂੰ ਲੋਕਾਂ ਦੇ ਹਿੱਤਾਂ ਦੀ ਕੋਈ ਪਰਵਾਹ ਨਹੀਂ ਹੁੰਦੀ, ਲੋਕਾਂ ਦੀ ਆਵਾਜ਼ ਦੀ ਕੋਈ ਪਰਵਾਹ ਨਹੀਂ ਹੁੰਦੀ। ਜਦੋਂ ਉਹਨਾਂ ਦੀ ਧੌਣ ਤੇ ਗੋਡਾ ਰੱਖ ਕੇ ਉਹਨਾਂ ਦੀ ਧੌਣ ਮਰੋੜੀ ਜਾਂਦੀ ਹੈ, ਫਿਰ ਜ਼ਰੂਰ ਫਿਰ ਮੰਨਦੇ ਆ। ਇਸ ਕਰਕੇ ਇਹਨਾਂ ਨੂੰ ਹਜੇ ਭਰਮ ਹੈਗਾ। ਲੋਕ ਜਿਹੜਿਆਂ ਦੀ ਖਾਤਰ ਇਹਨਾਂ ਨੇ ਕਾਨੂੰਨ ਬਣਾਏ ਆ, ਜਿਹੜੇ ਕਾਰਪੋਰੇਟ ਘਰਾਣੇ ਆ, ਕਾਰਪੋਰੇਟ ਕੰਪਨੀਆਂ ਨੇ, ਮਲਟੀਨੈਸ਼ਨਲ ਕੰਪਨੀਆਂ ਨੇ, ਜਿਨ੍ਹਾਂ ਨੂੰ ਇਹ ਸਾਰੀ ਆਰਥਿਕਤਾ ਉਹਨਾਂ ਦੇ ਸਪੁਰਦ ਕਰਨਾ ਚਾਹੁੰਦੇ ਆ, ਉਹਨਾਂ ਦੇ ਨੁਮਾਇੰਦੇ ਆ। ਉਹਨਾਂ ਦੀਆਂ ਵੋਟਾਂ ਨੇ, ਉਹਨਾਂ ਦੀਆਂ ਪੈਸਿਆਂ ਨਾਲ ਜਿੱਤਦੇ ਆ, ਉਹਨਾਂ ਦੀ ਸਾਰੀ ਤਾਕਤ ਪਿੱਛੇ ਇਹਨਾਂ ਦੇ ਹੈਗੀ ਹੈ। ਇਸ ਕਰਕੇ ਇਹਨਾਂ ਨੂੰ ਲੋਕਾਂ ਦੇ ਹਿੱਤਾਂ ਦੀ ਨਹੀਂ ਪਰਵਾਹ, ਇਹਨਾਂ ਨੂੰ ਕੰਪਨੀਆਂ ਦਾ ਜੋ ਇੱਥੇ ਹੈਗਾ ਉਹਨਾਂ ਦਾ ਇਹ ਕਬਜ਼ਾ ਕਰਾਉਣਾ ਚਾਹੁੰਦੇ, ਉਹਨਾਂ ਦੇ ਹਿੱਤਾਂ ਦੀ ਪਰਵਾਹ ਉਹੀ ਲੱਗਦੇ ਆ ਇਹਨਾਂ ਨੂੰ ਵੀ ਉਹ ਵੱਡੇ ਹੈਗੇ ਆ, ਸਾਰੀ ਤਾਕਤ ਉਹਨਾਂ ਕੋਲੇ ਹੈਗਾ, ਪੈਸਾ ਉਹਨਾਂ ਕੋਲੇ ਹੈਗਾ। ਇਸ ਕਰਕੇ ਲੋਕ ਸਾਡਾ ਕੀ ਕਰ ਦੇਣਗੇ? ਪਰ ਇਹ ਲੋਕਾਂ ਇਹਨਾਂ ਦਾ ਭਰਮ ਟੁੱਟ ਜਾਊਗਾ। ਪਹਿਲਾਂ ਵਾਲੇ ਤਾਨਾਸ਼ਾਹਾਂ ਦਾ, ਫਾਸਿਸਟਾਂ ਦਾ ਵੀ ਭਰਮ ਤੋੜਿਆ ਲੋਕਾਂ ਨੇ, ਕਿਰਤੀ ਲੋਕਾਂ ਨੇ। ਦੂਜੀ ਸੰਸਾਰ ਜੰਗ ਵੇਲੇ ਇਹਨਾਂ ਦਾ ਵੀ ਟੁੱਟ ਜਾਣਾ। ਇਹਨਾਂ ਦਾ ਕਿਹਾ ਜਾ ਰਿਹਾ ਵੀ ਜ਼ਿਆਦਾਤਰ ਕਿਸਾਨ ਇਸ ਕਾਨੂੰਨ ਦੇ ਹੱਕ ਵਿੱਚ ਨੇ, ਸਾਡੇ ਨਾਲ ਸਮਰਥਨ ਕਰ ਰਹੇ ਨੇ। ਕੀ ਉਸ ਤੇ ਗੱਲ ਹੋਈ ਆ? ਕੌਣ ਨੇ ਕਿਸਾਨ, ਕਿੱਦਾਂ ਦੇ ਨੇ? ਅਸੀਂ ਕਿਹਾ ਵੀ ਉਹਦਾ ਕਿੱਥੇ ਸਰਵੇ ਕੀਤਾ, ਕਿਹੜੇ ਕਿਸਾਨ ਹੈ ਉਹ, ਸਾਨੂੰ ਉਹਦਾ ਕਿਹੜੀ ਜਥੇਬੰਦੀ ਹੈ, ਕਿਹੜੇ ਲੋਕ ਹੈ, ਉਹਨਾਂ ਦਾ ਸਾਨੂੰ ਕੋਈ ਡਾਟਾ ਤਾਂ ਦਿਓ ਉਹਨਾਂ ਦਾ ਕੋਈ, ਤਾਂ ਕਿ ਅਸੀਂ ਪੜਤਾਲ ਵੀ ਕਰ ਲਈਏ। ਤਾਂ ਬੜੀ ਹਾਸੋਹੀਣੀ ਗੱਲ ਹੋਈ ਆ ਵੀ ਉਹ ਇੱਧਰ ਯੂਪੀ ਦਾ ਜੋ ਗੰਨੇ ਵਾਲਾ ਏਰੀਆ ਹੈਗਾ ਮੁਜ਼ੱਫਰਨਗਰ, ਉਹਦੇ ਉਹਨਾਂ ਨੇ 2 ਕਿਸਾਨਾਂ ਦੀ ਮਿਸਾਲ ਦਿੱਤੀ ਵੀ ਉਹ 2 ਕਿਸਾਨਾਂ ਨੇ ਮੈਨੂੰ ਮਿਲੇ ਹੈ, ਉਹ ਗੰਨਾ ਉਤਪਾਦਕ ਕਿਸਾਨ ਹੈ, ਉਹਨਾਂ ਕੋਲੇ ਗੰਨਾ ਵੇਚਣ ਦੀਆਂ ਪਰਚੀਆਂ ਵੀ ਸੀਗੀਆਂ, ਤੇ ਉਹਨਾਂ ਨੇ ਕਿਹਾ ਵੀ ਸਾਨੂੰ ਇਹ ਕਾਨੂੰਨ ਦਾ ਗੰਨਾ ਵੇਚਣ ਦੇ ਵਿੱਚ ਬਹੁਤ ਲਾਭ ਹੋਇਆ। ਤਾਂ ਉਹ ਉੱਥੇ ਮੌਕੇ 'ਤੇ ਕੱਟਤੇ, ਉਹਨੇ ਟਕੈਤ ਦਾ ਏਰੀਆ ਵੀ ਯੂਪੀ ਦਾ ਹੀ ਹੈਗਾ। ਉਹ ਕਹਿੰਦਾ ਵੀ ਮੈਨੂੰ ਮੈਂ ਤੁਹਾਡੇ ਕਿਸਾਨ ਜਿਹੜੇ ਤੁਹਾਨੂੰ ਮਿਲ ਕੇ ਗਏ ਹੈ ਉਹਨਾਂ ਦਾ ਪਤਾ ਕਰ ਲਿਆ, ਉਹਨਾਂ ਦਾ ਵੀ ਖੁਦ ਗੰਨਾ ਲੁੱਟਿਆ ਗਿਆ, ਉਹਨਾਂ ਨਾਲ ਵੀ ਜਿਹੜੀ ਐਗਰੀਮੈਂਟ ਹੋਇਆ ਸੀਗਾ ਮਿੱਲ ਦਾ ਉਹ ਪੂਰਾ ਨਹੀਂ ਹੋਇਆ। ਤੇ ਮੇਰਾ ਖਿਆਲ ਆ ਉਹ ਤੁਹਾਡੇ ਕਿਸੇ ਝੇਪ 'ਚ ਆ ਕੇ ਕਹੇਗੇ, ਜੇ ਉਹਨਾਂ ਦੇ ਘਰਦਿਆਂ ਨੂੰ ਪਤਾ ਲੱਗ ਜੇ ਵੀ ਇਹ ਕਾਨੂੰਨ ਦਾ ਸਾਨੂੰ ਫਾਇਦਾ ਹੋਇਆ, ਹੋ ਸਕਦਾ ਘਰ ਦੇ ਵੀ ਉਹਨਾਂ ਨੂੰ ਘਰੇ ਨਾ ਵੜਨ ਦੇਣ। ਸੋ ਇਸ ਕਰਕੇ ਬਾਕੀ ਜੇ 2 ਕਿਸਾਨਾਂ ਨੇ ਕਿਸੇ ਲੋਟ ਝੇਪ 'ਚ ਜਾਂ ਪ੍ਰੈਸ਼ਰ ਜਿਵੇਂ ਵੋਟਾਂ ਵੇਲੇ ਵੋਟਾਂ ਪਾ ਦਿੰਦੇ ਹੁੰਦੇ ਆ, ਜੇ ਤੁਹਾਡੇ ਹੱਕ 'ਚ ਕਹਿ ਵੀ ਗਏ ਤਾਂ ਸਾਰੇ ਦੇਸ਼ ਦਾ ਫਤਵਾ ਕਿਵੇਂ ਬਣ ਗਿਆ? ਇਸ ਗੱਲ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ। 26 ਤਰੀਕ ਦੇ ਟਰੈਕਟਰ ਮਾਰਚ ਜੋ ਟੈਂਕਾਂ ਦੇ ਬਰਾਬਰ ਟਰੈਕਟਰਾਂ ਦੀ ਪਰੇਡ ਹੋਣੀ ਆ, ਟਰੈਕਟਰ ਸ਼ਾਮਲ ਹੋਣੇ ਨੇ, ਉਸ 'ਚ ਕੋਈ ਗੱਲ ਹੋਈ ਆ ਉਸ ਬਾਰੇ? ਉਹ ਅਸੀਂ ਕਹਿਤਾ ਵੀ 26 ਵਾਲਾ ਜਿਹੜਾ ਐਕਸ਼ਨ ਪ੍ਰੋਗਰਾਮ ਹੈ, ਪਰੇਡ ਵਾਲਾ, ਟਰੈਕਟਰ ਟਰਾਲੀ ਪਰੇਡ ਵਾਲਾ, ਕਿਸਾਨ ਪਰੇਡ ਹੈ ਜਿਹੜੀ ਦਿੱਲੀ ਦੇ ਵਿੱਚ ਜਾ ਕੇ, ਉਹਦੇ ਵਿੱਚ ਕੋਈ ਤਬਦੀਲੀ ਨਹੀਂ ਹੋਊਗੀ। ਉਹ ਹਰ ਹਾਲ ਹੋਊਗਾ, ਤੇ ਉਹਦੀਆਂ ਸਾਰੀਆਂ ਇਸ ਤੋਂ ਬਾਅਦ ਜਿਹੜੇ ਦਿਨ ਹੈ
ਉਹ ਸਾਰੇ ਉਹਦੀ ਤਿਆਰੀ ਤੇ ਲਾਇਆ ਜਾਊਗਾ ਤੇ ਜਿੰਨੇ ਕਿਸਾਨ ਤੇ ਜਿੰਨੇ ਟਰੈਕਟਰ ਇੱਥੇ ਹੁਣ ਮੌਜੂਦ ਹੈ ਇਹ ਤੋਂ 4 ਗੁਣਾ ਟਰੈਕਟਰ ਹੈ 26 ਨੂੰ ਆਉਣੇ ਆ ਤੇ 26 ਨੂੰ ਉਹ ਸਮਝ ਲਓ ਵੀ ਹਰ ਹਾਲ ਹੈ ਜਿਹੜਾ ਜਿਵੇਂ ਕੱਲ ਟਰੈਕਟਰ ਮਾਰਚ ਕੀਤਾ ਹੈ ਤੇ ਜਿਹਦੇ ਨਾਲ ਕਿਸਾਨਾਂ ਦੇ ਨੌਜਵਾਨਾਂ ਦੇ ਹੌਸਲੇ ਬੁਲੰਦ ਹੋਏ ਆ, ਉਹਨਾਂ ਦੀਆਂ ਬੈਟਰੀਆਂ ਚਾਰਜ ਹੋ ਗਈਆਂ ਨੇ ਤੇ ਇਹਨੂੰ ਅਸੀਂ ਕਿਹਾ ਕੱਲ ਵਾਲੀ ਨੂੰ ਵੀ 26 ਦੀ ਰਿਹਰਸਲ ਹੈ। ਇਸ ਕਰਕੇ ਕੱਲ ਵਾਲੀ ਤਾਂ ਸੀਗੀ ਰਿਹਰਸਲ ਟ੍ਰੇਲਰ, ਅਸਲ ਜਿਹੜੀ ਹੋਊਗੀ ਜਿਹੜਾ ਉਹ ਫਿਲਮ ਕਹਿ ਲਓ ਜਾਂ ਅਸਲ ਰਿਹਰਸਲ ਤੋਂ ਬਾਅਦ ਜਿਹੜੀ ਅਸਲ ਕਿਸਾਨਾਂ ਦੀ ਸਰਕਾਰ ਦੇ ਨਾਲ ਜਿਹੜੀ ਯੁੱਧ ਹੈ ਉਹ 26 ਤਰੀਕ ਨੂੰ ਹੋਊਗਾ। ਅੱਜ ਕੋਈ ਮੀਟਿੰਗ 'ਚ ਕੋਈ ਗਰਮਾ ਗਰਮੀ ਵਾਲਾ ਵੀ ਮਾਹੌਲ ਪੈਦਾ ਹੋਇਆ? ਗਰਮਾ ਗਰਮੀ ਵਾਲਾ ਮਾਹੌਲ ਕਹਿ ਲਓ ਜਾਂ ਤਲਖੀ ਵਾਲਾ, ਉਹ ਤਾਂ ਜਦੋਂ ਵਾਰ-ਵਾਰ ਉਹ ਕਹਿ ਰਹੇ ਸੀਗੇ ਵੀ ਫਾਇਦੇ 'ਚ ਹੈ ਕਾਨੂੰਨ, ਉਦੋਂ ਫਿਰ ਕਿਹਾ ਵੀ ਅਸਲ ਵਿੱਚ ਤੁਸੀਂ ਕਿਹੜਾ ਫਾਇਦਾ ਫੂਦਾ, ਤੁਸੀਂ 70 ਮਰ ਗਏ 80 ਕਿਸਾਨ ਇਹਦੇ ਵਿੱਚ ਜਾਨਾਂ ਚਲ ਗਈਆਂ ਤੁਹਾਡਾ ਹਜੇ ਉਹਨਾਂ ਕਿਸਾਨਾਂ ਦਾ ਜਿੰਨੀਆਂ ਜਾਨਾਂ ਚਲੇ ਗਈਆਂ ਉਹਨਾਂ ਦੀਆਂ ਜਾਨਾਂ ਨਾਲ ਤੁਹਾਡਾ ਹਜੇ ਸਬਰ ਨਹੀਂ ਆਇਆ। ਤੁਸੀਂ 700 ਦੀਆਂ ਜਾਨਾਂ ਲੈਣਾ ਚਾਹੁੰਦੇ ਲਮਕਾ ਕੇ, ਇਹਨੂੰ ਘੋਲ ਨੂੰ ਲਮਕਾ ਕੇ। ਇਹ ਜਿਹਾ ਸ਼ਬਦਾਂ ਦੇ ਵਿੱਚ ਵੀ ਗੱਲਬਾਤ ਹੋਈ ਆ। ਕੋਈ ਨਹੀਂ, ਤੁਸੀਂ ਲਾਓ 700 ਦੀਆਂ, ਫਿਰ ਸਮਾਂ ਦੱਸੂਗਾ 700 ਕਿਸਾਨਾਂ ਦੀਆਂ ਜਾਨਾਂ ਲੈ ਕੇ ਫਿਰ ਕੀ ਭਾਅ ਵਿਕਦੀ ਹੈ, ਕੀ ਬੀਤਦੀ ਹੈ, ਫਿਰ ਉਹ ਸਮਾਂ ਤੈਅ ਕਰੂਗਾ ਉਹਨੂੰ। ਜੀ ਧੰਨਵਾਦ ਜੀ। ਹੋਰ ਵੀ ਸਾਡੇ ਨਾਲ ਕਿਸਾਨ ਨੇ। ਹਾਂਜੀ, ਕੀ ਨਾਮ ਹੈ ਜੀ? ਕਵਲਪ੍ਰੀਤ ਸਿੰਘ ਪੰਨੂ ਜੀ, ਕਨਵੀਨਰ ਕਿਸਾਨ ਸੰਘਰਸ਼ ਕਮੇਟੀ ਪੰਜਾਬ। ਕਿਸ ਤਰ੍ਹਾਂ ਦੇਖਦੇ ਹੋ ਅੱਜ ਜੋ ਸੈਂਟਰ ਸਰਕਾਰ ਦਾ ਰਵੱਈਆ ਰਿਹਾ? ਮੀਟਿੰਗਾਂ ਦਾ ਦੌਰ ਚੱਲ ਰਿਹਾ, ਮੀਟਿੰਗ 15 ਦੀ ਮੀਟਿੰਗ ਰੱਖੀ ਗਈ ਆ, ਕੀ ਲੱਗ ਰਿਹਾ ਤੁਹਾਨੂੰ 15 ਨੂੰ ਕੀ ਨਿਕਲੂਗਾ? ਵੇਖੋ, ਸਾਨੂੰ ਕੋਈ ਭੁਲੇਖਾ ਨਹੀਂ ਜੀ ਅੱਜ ਵਾਲੀ ਮੀਟਿੰਗ ਦੇ ਵਿੱਚ ਕੀ ਬਣਨਾ ਸੀ, ਕਿਉਂਕਿ ਸਾਡਾ ਸਟੈਂਡ ਜਿਹੜਾ ਸੀ ਉਹ ਤਿੰਨਾਂ ਕਾਨੂੰਨਾਂ ਨੂੰ ਰਿਪੀਲ ਕਰਾਉਣ ਦਾ। ਸਾਡਾ ਸਟੈਂਡ MSP ਦੇ ਉੱਤੇ ਕਾਨੂੰਨ ਬਣਾਉਣ ਦਾ ਵਾ, ਜਿਹਦੇ ਤਹਿਤ ਜੇ ਕੋਈ MSP ਤੋਂ ਘੱਟ ਖਰੀਦੇ ਉਹਦੇ ਉੱਪਰ ਕਾਨੂੰਨੀ ਕਾਰਵਾਈ ਹੋਵੇ। ਇਹੋ ਏਜੰਡਾ ਲੈ ਕੇ ਅਸੀਂ ਅੱਜ ਗਏ ਆ। ਅਸੀਂ ਏਜੰਡਾ ਪੇਸ਼ ਕੀਤਾ ਆਪਣਾ, ਜਿਹਦੇ 'ਚ ਮਤਲਬ ਵਿਚਲਾਰਾ ਕਰਨਾ ਚਾਹੁੰਦੇ ਆ। ਅਸੀਂ ਸਾਫ਼ ਕਰਤਾ ਇਹਦਾ ਵਿਚਲਾਰਾ ਕੋਈ ਨਹੀਂ, ਜਾਂ ਇਹ ਬਣੇ ਰਹਿਣ ਜਾਂ ਰੱਦ ਹੋਣ। ਤੇ ਸਾਡਾ ਬਚਾਅ ਤਾਂ ਵਾ, ਸਾਡਾ ਕਿਸਾਨੀ ਦਾ ਕਿੱਤਾ, ਸਾਡੀਆਂ ਜ਼ਮੀਨਾਂ ਤਾਂ ਬਚਦੀਆਂ ਜੇ ਇਹ ਤਿੰਨੋਂ ਕਾਨੂੰਨ ਰੱਦ ਹੋਣ ਤੇ। ਹੁਣ ਉਹਦੇ ਵਿੱਚ ਉਹ ਇਹ ਗੱਲ ਕਰਨ ਵੀ ਤੁਸੀਂ ਸੁਪਰੀਮ ਕੋਰਟ 'ਚ ਆ ਜਾਓ, ਉਹ ਇਹ ਗੱਲ ਕਰਨ ਕਿ ਤੁਸੀਂ ਇਨਫੋਰਮਲ ਗੱਲ ਕਰ ਲਓ ਛੋਟਾ ਗਰੁੱਪ ਬਣਾ ਕੇ। ਹੁਣ ਇੱਦਾਂ ਦੀਆਂ ਗੱਲਾਂ ਕਰਕੇ ਅਸੀਂ ਕਿਹਾ ਸਾਨੂੰ 2 ਟੁਕ ਜਵਾਬ ਦੇ ਦਿਓ ਵੀ ਨਹੀਂ ਰੱਦ ਕਰਨੇ, ਫਿਰ ਅਸੀਂ ਆਪਣਾ ਅੰਦੋਲਨ ਲੜ ਰਹੇ ਹਾਂ। ਪਰ ਰਣਨੀਤੀ ਹੁੰਦੀ ਆ ਅੰਦੋਲਨ ਦੇ ਵਿੱਚ ਕਿ ਤੁਸੀਂ ਅੰਦੋਲਨ ਵੀ ਕਰੋ, ਤੁਸੀਂ ਗੱਲਬਾਤ ਵੀ ਜਾਰੀ ਰੱਖੋ। ਅਸੀਂ ਮਤਲਬ ਗੱਲਬਾਤ ਵੀ ਜਾਰੀ ਰੱਖ ਰਹੇ ਹਾਂ ਤੇ ਅੰਦੋਲਨ ਵੀ ਤੇਜ਼ ਕਰ ਰਹੇ ਹਾਂ। ਇਹ ਗੱਲ ਅਸੀਂ ਸਪਸ਼ਟ ਕਰਤੀ ਅੰਦਰ ਕਿ ਤੁਸੀਂ ਗੋਲੀਆਂ ਚਲਾ ਲਓ, ਤੁਸੀਂ ਸਾਡੇ ਬੰਦੇ ਮਾਰ ਲਓ, ਜੋ ਵੀ ਤਸ਼ੱਦਦ ਕਰਨਾ ਕਰ ਲਓ, ਪਰ ਅੰਦੋਲਨ ਨੂੰ ਤੁਸੀਂ ਖੜਾ ਨਹੀਂ ਸਕਦੇ। ਇਹ ਅੰਦੋਲਨ ਤੇਜ਼ ਹੋਊਗਾ, ਇਹ ਸਾਰੇ ਦੇਸ਼ 'ਚ ਫੈਲ ਰਿਹਾ, ਸਾਰੇ ਸੰਸਾਰ ਦੀ ਹਮਾਇਤ ਇਹਨੂੰ ਹਾਸਲ ਆ। ਵੱਡੀ ਗਿਣਤੀ 'ਚ ਕਿਸਾਨ ਦੇਸ਼ ਭਰ 'ਚ ਸ਼ਾਮਲ ਹੋ ਰਹੇ ਆ। ਜਿਹੜਾ 26 ਜਨਵਰੀ ਦਾ ਸਾਡਾ ਐਕਸ਼ਨ ਪ੍ਰੋਗਰਾਮ ਆ, ਜਿਹਦੇ ਵਿੱਚ ਅਸੀਂ ਦਿੱਲੀ ਦੀਆਂ ਸੜਕਾਂ 'ਤੇ ਮਾਰਚ ਕਰਨਾ, ਕੱਲ੍ਹ ਅਸੀਂ ਉਹਦੀ ਰਿਹਰਸਲ ਕਰ ਚੁੱਕੇ ਹਾਂ ਤੇ 26 ਜਨਵਰੀ ਨੂੰ ਸਾਰੇ ਦੇਸ਼ ਭਰ ਦੇ ਵਿੱਚੋਂ ਲੱਖਾਂ ਦੀ ਗਿਣਤੀ 'ਚ ਕਿਸਾਨ ਟਰੈਕਟਰ ਲੈ ਕੇ ਸਾਡੇ ਇਸ ਐਕਸ਼ਨ 'ਚ ਸ਼ਾਮਲ ਹੋਣਗੇ। ਸਾਨੂੰ ਸਾਫ਼ ਤੇ ਸਪਸ਼ਟ ਆ ਕਿ ਸਾਡਾ ਅੰਦੋਲਨ ਇਹਨਾਂ ਕਾਨੂੰਨਾਂ ਨੂੰ ਰਿਪੀਲ ਕਰਾ ਕੇ, ਰੱਦ ਕਰਾ ਕੇ ਹੀ ਦਮ ਲਊਗਾ। ਜਿੰਨਾ ਚਿਰ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਤੱਕ ਸਾਡਾ ਅੰਦੋਲਨ ਲਗਾਤਾਰ ਜਾਰੀ ਰਹੂਗਾ। ਕਿਸਾਨ ਇਹਦਾ ਇਕੱਲਾ ਜਾਰੀ ਨਹੀਂ ਰਹੂਗਾ, ਇਹਦਾ ਘੇਰਾ ਹੋਰ ਵਿਸ਼ਾਲ ਹੋਊਗਾ। ਇਹਦੇ 'ਚ ਵੱਡੀ ਗਿਣਤੀ 'ਚ ਕਿਸਾਨ ਸਾਡੇ ਨਾਲ ਜੁੜਦੇ ਜਾ ਰਹੇ ਆ। ਇਸ ਕਰਕੇ ਅਗਲੀ ਗੱਲ, ਇਹ ਜਿਹੜੀ ਸਰਕਾਰ ਆ ਇਹਦੇ ਪੈਰਾਂ ਥੱਲਿਓਂ ਜ਼ਮੀਨ ਨਿਕਲਦੀ ਜਾ ਰਹੀ ਹੈ, ਇਹ ਕਮਜ਼ੋਰ ਪੈਂਦੀ ਜਾ ਰਹੀ ਆ। ਇਹ ਠੀਕ ਹੈ ਭਾਵੇਂ ਆਪਣਾ ਫਕਾਰਾ ਰੱਖੇ ਕਿ ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ, ਇਹਨਾਂ ਦੇ ਲੀਡਰ ਕੋਈ ਬਿਆਨ ਦੇਈ ਜਾਣ, ਪਰ ਇਸ ਅੰਦੋਲਨ ਦੇ ਅੱਗੇ ਇਹ ਸਰਕਾਰ ਨੂੰ ਟਿਕਣਾ ਔਖਾ ਹੋ ਜਾਣਾ। ਹਾਂਜੀ, ਧੰਨਵਾਦ। ਲੀਡਰ ਤਾਂ ਇਹ ਵੀ ਕਹਿ ਰਹੇ ਨੇ ਕਿ ਇਹ ਜਿਹੜੇ ਕਾਨੂੰਨ ਨੇ ਰੱਦ ਨਹੀਂ ਹੋਣਗੇ, ਜੇ ਇਹ ਰੱਦ ਕਰਤੇ ਕੱਲ ਨੂੰ ਹੋਰ ਕਾਨੂੰਨ ਆਉਂਦੇ ਨੇ ਤਾਂ ਇਦਾਂ ਦੇ ਪ੍ਰਦਰਸ਼ਨ ਹੋਰ ਵੀ ਹੋਣਗੇ, ਇਸ ਲਈ ਇਹ 'ਚ ਸੋਧ ਜ਼ਰੂਰੀ ਆ ਕਰਨੀ, ਰੱਦ ਨਹੀਂ ਹੋਣਗੇ। ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਸਰਕਾਰ ਅੱਗੇ ਵਧ ਰਹੀ ਆ ਇੱਕ ਕਦਮ, ਤਾਂ ਇੱਕ ਕਦਮ ਕਿਸਾਨ ਵੀ ਅੱਗੇ ਵਧਣ। ਵੇਖੋ, ਅਸੀਂ ਸਿਰਫ ਕਾਨੂੰਨਾਂ ਵਾਲੀਆਂ 6 ਮੰਗਾਂ ਲੈ ਕੇ ਚੱਲੇ ਆ। ਅਸੀਂ ਨਾ ਤੇ ਸਵਾਮੀਨਾਥਨ ਦੀ ਰਿਪੋਰਟ ਮੰਗ ਰਹੇ ਆ, ਨਾ ਹੀ ਕਰਜ਼ਾ ਮਾਫੀ ਮੰਗ ਰਹੇ ਆ। ਅਸੀਂ ਆਪਣੀਆਂ ਬਾਕੀ ਮੰਗਾਂ ਛੱਡ ਕੇ ਜਿਹੜੇ ਨਵੇਂ ਕਾਨੂੰਨ ਆਏ ਆ, ਅਸੀਂ ਉਹਨਾਂ ਕਾਨੂੰਨਾਂ ਤੇ ਫੋਕਸ ਹੋ ਰਹੇ ਆ। ਅਗਲੀ ਗੱਲ ਇਹ ਆ, ਸਰਕਾਰ ਜੇ ਗਲਤ ਕਾਨੂੰਨ ਲੈ ਕੇ ਆਊਗੀ ਕਿਸੇ ਵੀ ਫਿਰਕੇ ਦੇ ਖਿਲਾਫ, ਕਿਸੇ ਵੀ ਵਰਗ ਦੇ ਖਿਲਾਫ,
ਜੇ ਉਹ ਅੰਦੋਲਨ ਕਰਨਗੇ ਤੇ ਉਹ ਕਰਾ ਜਾਣ ਰੱਦ। ਅਸੀਂ ਅੰਦੋਲਨ ਕਰ ਰਹੇ ਹੀ ਰੱਦ ਕਰਾਵਾਂਗੇ। ਜੇ ਸਾਡੇ ਇਸ ਤਰਜ਼ ਦੇ ਉੱਤੇ ਕੋਈ ਵਰਗ ਲੜਦਾ ਤੇ ਜੀਆ ਨੂੰ ਲੜਨਾ ਚਾਹੀਦਾ, ਉਹਨੂੰ ਉਹ ਲੜ ਕੇ ਰੱਦ ਕਰਾਵੇ। ਸਰਕਾਰ ਨੇ ਠੇਕਾ ਲਿਆ ਇਸ ਗੱਲ ਦਾ ਕਿ ਇਹ ਕਾਰਪੋਰੇਟ ਘਰਾਣਿਆਂ ਤੇ ਬਹੁ ਕੌਮੀ ਕੰਪਨੀਆਂ ਦਾ ਪੱਖ ਪੂਰੇ, ਉਹਨਾਂ ਨੂੰ ਫਾਇਦਾ ਚੁਕਾਉਣ ਲਈ ਉਹਨੂੰ ਖੇਤੀ ਸੈਕਟਰ 'ਚ ਦਾਖਲ ਕਰਾਵੇ। ਇਹਨੇ ਇਕੱਲੀ ਨੇ ਠੇਕਾ ਲੈ ਲਿਆ। ਇਸ ਕਰਕੇ ਇਹ ਮਤਲਬ ਅਸੀਂ ਕਦਾਚਿਤ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡੀਆਂ ਜ਼ਮੀਨਾਂ ਬਹੁ ਕੌਮੀ ਕੰਪਨੀਆਂ ਦੇ ਥੱਲੇ ਚਲੀਆਂ ਜਾਣ, ਸਾਡਾ ਅਨਾਜ ਲੁੱਟਿਆ ਜਾਵੇ, ਖਪਤਕਾਰਾਂ ਨੂੰ ਲੁੱਟ ਲਿਆ ਜਾਵੇ, ਜ਼ਖੀਰੇਬਾਜ਼ੀ ਵੱਧ ਜੇ ਇਹਦੇ ਵਿੱਚ। ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਇਸ ਕਰਕੇ ਸਾਡਾ ਇਹ ਜ਼ੋਰਦਾਰ ਪੱਖ ਆ ਕਿ ਅਸੀਂ ਕਾਨੂੰਨ ਰੱਦ ਕਰਾਉਣ ਤੋਂ ਉਹਨਾਂ ਦਾ ਕੋਈ ਰਾਹ ਕੋਈ ਚਾਰਾ ਸਾਡੇ ਵਾਸਤੇ ਬਿਲਕੁਲ ਹੈ ਨਹੀਂ। ਜੀ ਧੰਨਵਾਦ ਜੀ। ਹਾਂਜੀ, ਇਹ ਸਨ ਕਿਸਾਨ ਆਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਰੱਦ ਕਰਵਾਉਣ ਤੋਂ ਬਗੈਰ ਸਾਡੇ ਕੋਲ ਕੋਈ ਚਾਰਾ ਨਹੀਂ। ਸਾਡੇ ਨਾਲ ਹੋਰ ਵੀ ਕਿਸਾਨ ਨੇ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ? ਮੁਕੇਸ਼ ਚੰਦਰ ਸ਼ਰਮਾ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੁਆਬਾ ਕਿਸਾਨ ਸੰਘਰਸ਼ ਕਮੇਟੀ ਜੀ। ਅੰਦਰ ਅੱਜ ਇੱਕ ਖੂਨ ਦੀਆਂ ਚਿੱਠੀਆਂ ਵੀ ਲਿਖ ਕੇ ਦਿੱਤੀਆਂ ਗਈਆਂ ਨੇ ਕਿਸਾਨਾਂ ਵੱਲੋਂ ਅੰਦਰ, ਇਹ ਕਾਲੇ ਕਾਨੂੰਨ ਰੱਦ ਕਰਨ ਲਈ ਨੌਜਵਾਨਾਂ ਵੱਲੋਂ ਤੁਸੀਂ ਲੈ ਕੇ ਗਏ ਹੋ, ਉਸ 'ਤੇ ਕੋਈ ਚਰਚਾ ਹੋਈ? ਉਹ ਦਿੱਤੀਆਂ ਗਈਆਂ ਅੰਦਰ? ਨਹੀਂ, ਅਸੀਂ ਸਰਕਾਰ ਨੂੰ ਦੱਸ ਦਿੱਤਾ। ਰਾਜੇਵਾਲ ਸਾਹਿਬ ਨੇ ਉਹਦੇ ਬਾਰੇ ਗੱਲ ਕਰ ਦਿੱਤੀ ਵੀ ਜਿਹੜੀਆਂ ਦੇਖੋ ਸਾਡੇ ਨੌਜਵਾਨ ਆ ਖੂਨ ਨਾਲ ਸ਼ਾਂਤੀਪੂਰਵਕ ਢੰਗ ਚਿੱਠੀਆਂ ਵੀ ਲਿਖ ਰਹੀਆਂ, ਤੇ ਉਹਦੇ ਵਿੱਚ ਇਹ ਪ੍ਰਸਤਾਵ ਲੱਗਿਆ ਵੀ ਆਪਾਂ ਇਹਨੂੰ ਸਾਰਾ ਕਰਕੇ ਅਗਲੀ ਵਾਰ ਫਾਈਲ ਬਣਾ ਕੇ ਜਥੇਬੰਦੀਆਂ ਦੀ ਮੀਟਿੰਗ 'ਚ ਵਿਚਾਰ ਕੇ ਸਰਕਾਰ ਨੂੰ ਦੇ ਦਿੱਤੀਆਂ ਜਾਣਗੀਆਂ। ਤੇ ਸਰਕਾਰ ਦੇ ਸਾਹਮਣੇ ਗੱਲ ਲਿਆ ਦਿੱਤੀ ਵੀ ਅੰਦੋਲਨ ਨੂੰ ਤੁਸੀਂ ਛੇਤੀ ਖਤਮ ਕਰੋ ਬਈ। ਆ ਜਿਹੜਾ ਦੇਖੋ ਕਿ ਹਰ ਬੰਦਾ ਸ਼ਾਂਤੀਪੂਰਵਕ ਰੱਖਣ ਲਈ ਇੱਥੋਂ ਤੱਕ ਜਿਵੇਂ ਖੂਨ ਨਾਲ ਚਿੱਠੀਆਂ ਲਿਖਣੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ। ਅੱਗੇ ਕਿੱਦਾਂ ਦੇ ਪ੍ਰਦਰਸ਼ਨ ਹੋਣਗੇ ਜੇ 26 ਤਰੀਕ ਨੂੰ ਟਰੈਕਟਰ ਮਾਰਚ ਜਾਰੀ ਰਹੂਗਾ ਜਾਂ ਉੱਤੇ ਕੋਈ ਗੱਲ ਹੋਈ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਜੋ ਅਸੀਂ ਲੋਹੜੀ ਤੇ ਰੱਖਿਆ ਸੀ, ਅਸੀਂ ਉਹਦੇ ਵਿੱਚ ਇਹਦੀਆਂ ਜਿਹੜੇ ਤਿੰਨੇ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ, ਉਹ ਕਰਾਂਗੇ। ਸਾਡਾ ਇਹ ਬਾਕੀ ਜਿਹੜਾ 26 ਤਰੀਕ ਦਾ ਆ, ਸਰਕਾਰ ਨੇ ਥੋੜ੍ਹੀ ਜਿਹੀ ਮੈਂ ਤਾਂ ਕਹੂੰਗਾ ਵੀ ਸਾਨੂੰ ਟਾਈਮ ਦੇ ਦਿੱਤਾ। ਜਿਹੜੀ ਡੇਟ ਉਹਨੇ ਜਾਣ ਕੇ 15 ਰੱਖਤੀ, ਪਰ ਸਾਡੇ ਨੂੰ ਉਹਦੇ 26 ਦੀ ਤਿਆਰੀ ਕਰਨ ਲਈ ਖੁੱਲ੍ਹਾ ਟਾਈਮ ਮਿਲ ਗਿਆ। ਉਹ ਸਾਡਾ ਬਹੁਤ ਜੋਸ਼ ਯੋਜਨਾ ਜਿਹੜਾ ਸਾਡਾ 26 ਦਾ ਰੋਸ ਧਰਨਾ ਸ਼ਾਂਤੀਪੂਰਵਕ ਗਿਆ, ਟਰੈਕਟਰ ਲੈ ਕੇ ਅਸੀਂ ਦਿੱਲੀ ਨੂੰ ਮਾਰਚ ਕਰਾਂਗੇ ਜੀ। 15 ਦੀ ਮੀਟਿੰਗ ਅਟੈਂਡ ਕੀਤੀ ਜਾਊਗੀ ਕਿਸਾਨਾਂ ਵੱਲੋਂ? ਬਿਲਕੁਲ ਜੀ, ਕੀਤੀ ਜਾਊਗੀ। ਅਸੀਂ ਸਰਕਾਰ ਨੂੰ ਕਿਤੇ ਮੌਕਾ ਨਹੀਂ ਦੇਣਾ ਚਾਹੁੰਦੇ ਵੀ ਸਰਕਾਰ ਜਿਹੜੀ ਆ ਇਹ ਕਿਤੇ ਕਿਸਾਨਾਂ ਤੇ ਇਲਜ਼ਾਮ ਲਾਵੇ ਬਈ ਇਹੋ ਟੇਬਲ ਟਾਕ ਤੋਂ ਭੱਜ ਰਹੇ ਆ। ਅਸੀਂ ਤਿਆਰ ਹਾਂ ਬਿਲਕੁਲ ਮੀਟਿੰਗ ਲਈ, ਅੱਜ ਵੀ ਤਿਆਰ ਸੀ, ਪਹਿਲਾਂ ਵੀ ਤਿਆਰ ਸੀ, ਬਿਲਕੁਲ ਤਿਆਰ ਹਾਂ। ਜਦ ਤੱਕ ਤਿੰਨੋਂ ਹੀ ਕਾਲੇ ਕਾਨੂੰਨ ਜਿਹੜੇ ਰੱਦ ਨਹੀਂ ਹੁੰਦੇ, ਅਸੀਂ ਹਰ ਮੀਟਿੰਗ ਦੇ ਵਿੱਚ ਹਰ ਤਰ੍ਹਾਂ ਦੇ ਅੰਦੋਲਨ ਦੇ ਵਿੱਚ ਸ਼ਾਮਲ ਹਾਂ। ਜੀ ਧੰਨਵਾਦ ਜੀ। ਹੋਰ ਵੀ ਕਿਸਾਨ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਮੈਂ ਡਾਕਟਰ ਸਤਨਾਮ ਸਿੰਘ ਰਾਣਾ, ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸੰਘ। ਅੱਜ ਦਾ ਕਿੱਦਾਂ ਦਾ ਮਾਹੌਲ ਰਿਹਾ ਜੀ ਅੰਦਰ? ਸਰਕਾਰ ਫਿਰ ਕਾਨੂੰਨ ਰੱਦ ਕਰਨ ਤੋਂ ਸਾਫ਼ ਇਨਕਾਰ ਕਰਦੀ ਨਜ਼ਰ ਆਈ ਹੈ। ਨਹੀਂ, ਵੇਖੋ, ਸਰਕਾਰ ਦਾ ਵਤੀਰਾ ਬੜਾ ਬੇਰੁਖੀ ਵਾਲਾ, ਆਤਮ ਨਿੰਦਣਯੋਗ ਵਾਲਾ। ਇਹ ਜਿਹੜੀ ਮੀਟਿੰਗ ਆ ਇਹ ਬੇਨਤੀਜਾ ਨਹੀਂ ਰਹੀ, ਇਹ ਪਿਛਲੀ ਨਾਲੋਂ ਵੀ ਜ਼ਿਆਦਾ ਮਾੜਾ ਬੇਨਤੀਜਾ ਰਹੀ ਹੈ। ਉਹ ਇਹੋ ਹੀ ਕਹਿੰਦੇ ਰਹੇ ਆ ਵੀ ਵੇਖੋ ਜੀ ਤੁਸੀਂ ਸੁਪਰੀਮ ਕੋਰਟ ਚਲੇ ਜਾਓ। ਅਸੀਂ ਕਹੇ ਸੁਪਰੀਮ ਕੋਰਟ 'ਚ ਅਸੀਂ ਪਾਰਟੀ ਨਹੀਂ ਹੈਗੇ। ਸੁਪਰੀਮ ਕੋਰਟ ਦੇ ਵਿੱਚ ਕੋਈ ਸਾਡੇ ਵਿਰੁੱਧ ਵੀ ਆ ਜਾਵੇ ਤਾਂ ਅਸੀਂ ਉਹਨੂੰ ਮੰਨਣ ਵਾਲੇ ਨਹੀਂ ਗੇ। ਬੜੇ ਫੈਸਲੇ ਸੁਪਰੀਮ ਕੋਰਟਾਂ ਨੇ ਕਿਸਾਨਾਂ ਦੇ ਅੰਦੋਲਨ ਹੋਏ ਆ, ਕਿਸਾਨਾਂ ਨੇ ਨਹੀਂ ਮੰਨੇ। ਅਸੀਂ ਸਰਕਾਰ ਦੇ ਨਾਲ ਹੀ ਡਾਇਲੋਗ ਕਰਦੇ ਹਾਂ, ਤੁਸੀਂ ਇਹਨਾਂ ਨੂੰ ਰੱਦ ਕਰੋ। ਇਹੋ ਜੀ ਸਾਡੇ ਨਾਲ ਕਿਸਾਨ ਬਹੁਤ ਆ। ਕਿਹੜੇ ਕਿਸਾਨ ਨੇ ਉਹਨਾਂ ਨਾਲ? ਇੱਕ ਵੀ ਕਿਸਾਨ ਨਹੀਂ ਗਾ। ਇਹ 400 ਜਥੇਬੰਦੀਆਂ ਨੇ। ਝੂਠ ਵੀ ਮਾਰਨ ਲੱਗਿਆ ਜਿਤਨਾ ਇਤਨਾ ਹੁੰਦਾ ਵੀ ਬਿਲਕੁਲ ਸਰਾਸਰ ਕੋਰਾ। ਕੋਈ ਕਿਸਾਨ ਜਥੇਬੰਦੀ ਇੱਕ ਵੀ ਸਾਨੂੰ ਖੜੀ ਕਰ ਦੇਣ। ਇੱਥੋਂ ਤੱਕ ਕਿ ਅਜੇ ਵੀ ਜਿਹੜੀ ਉਹ ਰਾਸ਼ਟਰੀ ਕਿਸਾਨ ਸੰਘ ਆ, ਉਹ ਵੀ ਇਹਨਾਂ ਦੀ ਪਿੱਠ 'ਤੇ ਨਹੀਂ ਆਇਆ ਪੂਰੀ ਤਰ੍ਹਾਂ, ਉਹ ਵੀ ਪਿੱਛੇ ਜੇ ਖਲੋਤਾ। ਸੋ ਇਸ ਕਰਕੇ ਵੀ ਅਸੀਂ ਦੱਸਿਆ ਇਹ ਵਿਦੇਸ਼ੀ ਸਾਡੇ ਲੋਕ ਨਾਲ ਆ। ਵਿਦੇਸ਼ਾਂ ਦੇ ਵਿੱਚੋਂ ਇਹ ਤੁਹਾਨੂੰ ਦੱਸਣਾ ਚਾਹੁੰਦੇ ਆ, ਪ੍ਰਧਾਨ ਮੰਤਰੀ 26 ਜਨਵਰੀ ਨੂੰ ਇੰਗਲੈਂਡ ਦਾ ਨਹੀਂ ਆ ਰਿਹਾ। ਇਹ ਕੋਈ ਛੋਟੀ ਗੱਲ ਨਹੀਂ ਗੀ। ਡਿਪਲੋਮੈਟਿਕ ਪ੍ਰੈਸ਼ਰ ਇਹਨਾਂ 'ਤੇ ਜ਼ਿਆਦਾ ਵਾ। ਮੋਦੀ ਨੂੰ ਆਖੋ ਬਾਹਰ ਕਿਤੇ ਜਾ ਕੇ ਵਿਖਾਏ 271 ਦੇਸ਼ਾਂ ਵਿੱਚ। ਇਹਨੂੰ ਹਰ ਜਗ੍ਹਾ ਦੇ ਵਿੱਚ ਲੋਕੀ ਕਾਲੇ ਝੰਡੇ ਦੇਣਗੇ, ਥੂ ਕਰਨਗੇ ਇਹਦੇ ਉੱਤੇ। ਸੋ ਇਸ ਕਰਕੇ ਅਸੀਂ 15 ਜਨਵਰੀ ਨੂੰ ਤਾਂ ਆਉਣਾ ਵਾ ਵੀ ਲੋਕਾਂ ਵਿੱਚ ਮੌਕਾ ਨਾ ਮਿਲੇ ਵੀ ਇਹ ਗੱਲਬਾਤ ਤੋਂ ਭੱਜਦੇ ਆ। ਅਸੀਂ ਗੱਲਬਾਤ ਜਾਰੀ ਰੱਖਾਂਗੇ, ਪਰ ਨਾਲ ਦੀ ਨਾਲ ਇਹਦਾ ਸਰਕਾਰ ਦਾ ਠੀਕਰਾ ਅਸੀਂ ਮੀਟਿੰਗ ਕਰਕੇ ਉਹਦੇ 'ਚ ਵੀ ਭੰਨਾਂਗੇ, ਲੋਕਾਂ ਦੇ ਸਾਹਮਣੇ ਭੰਨਾਂਗੇ ਵੀ ਇਹ ਸਰਕਾਰ ਲੋਕਾਂ ਦੀ ਸਰਕਾਰ ਨਹੀਂ, ਤਾਨਾਸ਼ਾਹ ਸਰਕਾਰ ਵਾ। ਇਹਦਾ ਗਲਤ ਰਵੱਈਆ ਵਾ, ਇਹ ਲੋਕਾਂ ਨੂੰ ਰੀਪ੍ਰਜੈਂਟ ਨਹੀਂ ਕਰਦੀ। ਅਸੀਂ 26 ਨੂੰ ਜਿਹੜਾ ਆਉਣਾ ਉਹ ਵੀ ਬੇਮਿਸਾਲ ਸਾਡਾ ਪੀਸਫੁਲ। ਜਦੋਂ ਇਹ ਪਰੇਡ ਖਤਮ ਹੋ ਜਾਊ ਉਦੋਂ ਅਸੀਂ ਪਰੇਡ ਅਸੀਂ ਸ਼ੁਰੂ ਕਰਨੀ ਆ। ਦੱਸਾਂਗੇ ਦਿੱਲੀ ਦੇ ਲੋਕਾਂ ਨੂੰ ਸਾਡਾ ਜਿਹੜਾ ਜਾਬਤਾ ਵਾ ਉਹ ਮਿਲਟਰੀ ਨਾਲੋਂ ਵੀ ਜ਼ਿਆਦਾ ਜਾਬਤਾ ਜੀ। ਅਸੀਂ ਕੱਲ੍ਹ ਕੀਤਾ, ਬਹੁਤ ਵਧੀਆ ਜਾਬਤਾ ਹੈ। ਨੌਜਵਾਨਾਂ ਨੇ ਇੰਨਾ ਜਾਬਤਾ ਵਿਖਾਇਆ, 60,000 ਨੌਜਵਾਨ ਚੱਲਿਆ ਉੱਥੇ। ਸਿੰਘੂ ਬਾਰਡਰ ਤੋਂ ਬੜਾ ਪੀਸਫੁਲ ਗਿਆ, ਪੀਸਫੁਲ ਆਇਆ। ਸੋ ਇਸ ਕਰਕੇ
ਅਵਸ਼ ਸਾਡੀ ਜਿੱਤ ਹੋਊਗੀ। ਇੱਥੋਂ ਤੱਕ ਵੀ ਸਾਡੇ ਰਾਜੇਵਾਲ ਨੇ ਕਹਿਤਾ ਕਿ ਸਾਡਾ ਵਿਰਸਾ ਗੁਰੂ ਤੇਗ ਬਹਾਦਰ ਦਾ, ਜਿਨ੍ਹਾਂ ਇੱਥੇ ਆਣ ਕੇ ਸੀਸ ਦਿੱਤਾ ਜ਼ੁਲਮ ਦੇ ਵਿਰੁੱਧ। ਸਾਡਾ ਵਿਰਸਾ ਇੱਥੇ ਆ ਰਿਆਂ ਲੋਕ ਚੀਰੇ ਗਏ, ਉਹਨਾਂ ਨੇ ਸੀ ਨਹੀਂ ਕੀਤੀ। ਅਸੀਂ ਆਉਣ ਵਾਲੇ ਸਮੇਂ 70 ਸਾਡੀਆਂ ਅੱਗੇ ਤੁਸੀਂ ਲਾਸ਼ਾਂ ਲੈ ਰਹੀਆਂ, ਕਿੰਨੀਆਂ ਕੁ ਲੈਣੀਆਂ ਚਾਹੁੰਦੇ ਜੀ? ਅਸੀਂ ਬੜੇ ਦ੍ਰਿੜ ਹਾਂ, ਅਸੀਂ ਜਿੱਤ ਕੇ ਜਾਵਾਂਗੇ। ਇਹ ਕੋਈ ਸਾਨੂੰ ਦੁਨੀਆ ਦੀ ਤਾਕਤ ਹਰਾ ਨਹੀਂ ਸਕਦੀ। ਜੀ ਧੰਨਵਾਦ ਜੀ। ਹਾਂਜੀ, ਇਹ ਸਨ ਕਿਸਾਨ ਆਗੂ। ਇਹਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਕਾਲੇ ਕਾਨੂੰਨ ਰੱਦ ਕਰਵਾਏ ਬਗੈਰ ਨਹੀਂ ਜਾਵਾਂਗੇ। ਸਰਕਾਰ ਚਾਹੇ ਜੋ ਵੀ ਹਵਾਲਾ ਦਿੰਦੀ ਹੈ, ਸਰਕਾਰ ਵੱਲੋਂ 400 ਜਥੇਬੰਦੀਆਂ ਦਾ ਹਵਾਲਾ ਵੀ ਦਿੱਤਾ ਗਿਆ ਕਿ ਇਹ ਕਾਨੂੰਨਾਂ ਦੇ ਹੱਕ ਵਿੱਚ ਸਾਡੇ ਨਾਲ ਜਥੇਬੰਦੀਆਂ ਸਮਰਥਨ ਕਰ ਰਹੀਆਂ ਨੇ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਅੱਗੇ ਇੱਦਾਂ ਦੀ ਕੋਈ ਜਥੇਬੰਦੀ ਨਹੀਂ ਜੋ ਸਾਹਮਣੇ ਲਿਆ ਸਕੀਆਂ। ਸਰਕਾਰ ਜੋ ਕਿ ਕਹਿ ਰਹੀ ਆ ਇਹ ਕਾਨੂੰਨ ਚੰਗੇ ਨੇ, ਇਹਨਾਂ ਨੂੰ ਰੱਦ ਨਾ ਕੀਤਾ ਜਾਵੇ। ਤੇ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ 26 ਤਰੀਕ ਦਾ ਟਰੈਕਟਰ ਮਾਰਚ ਵੀ ਬੜੇ ਜ਼ੋਰ ਸ਼ੋਰ ਨਾਲ ਕੀਤਾ ਜਾਊਗਾ ਤੇ ਸਰਕਾਰ ਨੂੰ ਇਹ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕੀਤਾ ਜਾਊਗਾ। ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ, ਦਿੱਲੀ।